जी डॉक्टर साहब वेलकम बैक। डॉक्टर साहब साढ़े को पहली ईमेल आई है न्यूयॉर्क तो दुआबा सिख एसोसीएशन तो ये लिखते हैं वाहिगुरू जी का खालसा वाहिगुरू जी की फतेह। डॉक्टर साहब जी मक्कड़ है की चीज, ਇਹ ਹੁੰਦਾ ਕੌਣ ਹੈ? ਪੰਜ ਪਿਆਰਿਆਂ ਦੇ ਫੈਸਲੇ ਵਿਰੁੱਧ ਜਾ ਕੇ ਉਹਨਾਂ ਨੂੰ ਮੁਅੱਤਲ ਕਰਨ ਵਾਲਾ। ਸਿੱਖਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਅਦ ਪੰਜ ਪਿਆਰਿਆਂ ਦਾ ਸਥਾਨ ਸਭ ਤੋਂ ਉੱਚਾ ਹੈ। ਜਦ ਇਹਨਾਂ ਪੰਜ ਪਿਆਰਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਚਮਕੌਰ ਦੀ ਗੜੀ ਛੱਡ ਕੇ ਜਾਣ ਦਾ ਫੈਸਲਾ ਸੁਣਾਇਆ ਸੀ ਤਾਂ ਗੁਰੂ ਸਾਹਿਬ ਨੇ ਵੀ ਹੁਕਮ ਮੰਨਿਆ ਸੀ। ਤੇ ਕੀ ਇਹ ਮੱਕੜ ਕੰਜਰ ਗੁਰੂ ਸਾਹਿਬ ਤੋਂ ਵੀ ਉੱਪਰ ਹੋ ਗਿਆ ਜੋ ਹੁਕਮ ਤਾਂ ਕੀ ਮੰਨਣਾ, ਪੰਜਾਂ ਪਿਆਰਿਆਂ ਨੂੰ ਹੀ ਮੁਅੱਤਲ ਕਰ ਰਿਹਾ। ਪੰਜ ਪਿਆਰਿਆਂ ਤੋਂ ਉੱਤੇ ਕੋਈ ਨਹੀਂ ਹੈ। ਮੱਕੜ ਨੂੰ ਵੀ ਸਜ਼ਾ ਲੱਗਣੀ ਚਾਹੀਦੀ ਹੈ। ਮੱਕੜ ਹੁਕੂਮਤ ਦੇ ਨਸ਼ੇ ਵਿੱਚ ਅੰਨਾ ਹੋਇਆ ਫਿਰਦਾ ਹੈ। ਮੱਕੜ ਲਈ ਤਾਂ ਢੱਠੇ ਖੂਹ ਵਿੱਚ ਜਾਵੇ ਪੰਥ ਅਤੇ ਪੰਜ ਪਿਆਰੇ। ਇਸ ਨੇ ਤਾਂ ਬਾਦਲ ਅਤੇ RSS ਨੂੰ ਖੁਸ਼ ਕਰਨਾ ਹੈ। ਕੀਰਤਨੀय ਕਥਾਵਾਚਕ ਢਾਡੀ ਅਤੇ ਸਾਰੇ ਪ੍ਰਚਾਰਕ ਮੱਕੜ ਦੇ ਵਿਰੁੱਧ ਹਨ। ਸਤਿਗੁਰਾਂ ਨੂੰ ਪਿਆਰ ਕਰਨ ਵਾਲੇ ਅੱਗੇ ਆਉਣ। ਸਿੱਖ ਕੌਮ ਉਹਨਾਂ ਦਾ ਪੂਰਾ ਮਾਣ ਸਨਮਾਨ ਕਰਦੇ। ਬਾਦਲ ਅਤੇ ਮੱਕੜ ਵਰਗਿਆਂ ਨੂੰ ਨੱਥ ਪਾਈ ਜਾਵੇ। ਸਭ ਤੋਂ ਵੱਡਾ ਸਵਾਲ ਪੰਜ ਤਖਤ ਸਾਹਿਬਾਨ ਦੇ ਜਥੇਦਾਰਾਂ ਨੂੰ ਹੈ ਕਿ ਉਹਨਾਂ ਨੇ ਪੰਜ ਪਿਆਰਿਆਂ ਦਾ ਹੁਕਮ ਮੰਨਣਾ ਹੈ ਕਿ ਮੱਕੜ ਦਾ ਹੁਕਮ ਮੰਨਣਾ ਹੈ। ਜੀ ਡਾਕਟਰ ਸਾਹਿਬ ਅਸੀਂ ਦੁਆਬਾ ਸਿੱਖ ਐਸੋਸੀਏਸ਼ਨ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜੀ। ਉਹ ਬੜੀ ਟਾਈਮਲੀ ਉਹਨਾਂ ਦਾ ਜਿਹੜਾ ਉਹ ਹੁੰਦਾ ਹੈ ਕੋਈ ਵੀ ਬਿਆਨ। ਔਰ ਪਿਛਲੇ ਦਿਨਾਂ 'ਚ ਜਦੋਂ ਕਿ ਗੁਰਦੁਆਰਾ ਸਿੰਘ ਸਭਾ ਕਾਰਟੇਟ ਸਮਾਗਮ ਸੀ ਉਹਨਾਂ ਦੇ ਅਹੁਦੇਦਾਰ ਵੀਰ ਮਿਲੇ ਸਨ ਔਰ ਉਹਨਾਂ ਨੂੰ ਵੀ ਮੈਂ ਕਿਹਾ ਸੀ, ਮੈਂ ਕਿਹਾ ਜੀ ਤੁਸੀਂ ਜਿਵੇਂ ਕੌਮ ਦੇ ਜਜ਼ਬਾਤਾਂ ਦੀ ਤਰਜਮਾਨੀ ਕਰਦੇ ਹੋ ਭਾਵੇਂ ਗੱਲ ਤੁਸੀਂ ਨਾਲ ਆਪਣੀ ਸੰਸਥਾ ਦੇ ਦੁਆਬਾ ਲਾਇਆ ਹੋਇਆ ਪਰ ਇਹ ਦੁਆਬੇ ਦੀ ਆਵਾਜ਼ ਨਹੀਂ ਹੈ। ਤੁਸੀਂ ਸਾਰੇ ਪੰਥ ਦੀ ਜਿਹੜੀ ਭਾਵਨਾਵਾਂ ਹੁੰਦੀਆਂ ਨੇ ਜਾਂ ਭਾਵਨਾਵਾਂ ਨੇ ਉਹਨਾਂ ਦੀ ਤਰਜਮਾਨੀ ਕਰਦੇ ਹੋ। ਸੋ ਉਹਨਾਂ ਨੇ ਬੜੀ ਸਪਸ਼ਟਤਾ ਦੇ ਨਾਲ ਇੱਥੋਂ ਹੀ ਗੱਲ ਸ਼ੁਰੂ ਕੀਤੀ ਹੈ ਕਿ ਮੱਕੜ ਹੈ ਕੀ ਚੀਜ਼ ਔਰ ਮੱਕੜ ਦੀ ਹੈਸੀਅਤ ਕੀ ਹੈ। ਔਰ ਮੈਂ ਸਮਝਦਾ ਵੀ ਇਹ ਆਪਣੇ ਆਪ ਦੇ ਵਿੱਚ ਹੀ ਇੱਕ $1 ਮਿਲੀਅਨ ਕੁਐਸਚਨ ਹੈ ਵੀ ਇੱਕ ਇੰਸ਼ੋਰੈਂਸ ਏਜੰਟ ਜਿਹਨੇ, ਔਰ ਇੰਸ਼ੋਰੈਂਸ ਏਜੰਟ ਇੱਥੇ ਤਾਂ ਚਲੋ ਇਮਾਨਦਾਰ ਇੱਕ ਸਿਸਟਮ ਹੈ ਜਿਹਦੇ ਵਿੱਚ ਕਿਉਂਕਿ ਅਕਾਊਂਟੇਬਲ ਬਣਾਇਆ ਜਾਂਦਾ ਹੈ, ਪਰ ਉੱਥੇ ਅਸੀਂ ਇੰਸ਼ੋਰੈਂਸ ਏਜੰਟ ਕਿਉਂ ਜੇ ਦੇਖਦੇ ਹਾਂ ਔਰ ਕਿਉਂ ਜਿਹਾ ਉਹਨਾਂ ਦਾ ਸਾਰਾ ਪਾਰਟ ਹੁੰਦਾ ਹੈ ਇਸ ਬਾਰੇ ਕਿਸੇ ਨੂੰ ਭੁਲੇਖਾ ਨਹੀਂ ਹੈ। ਜਿਹੜਾ ਨਾ ਕਦੇ ਪਹਿਲਾਂ ਸ਼੍ਰੋਮਣੀ ਕਮੇਟੀ ਦਾ ਮੈਂਬਰ ਬਣਿਆ ਸੀ, ਵੱਧ ਤੋਂ ਵੱਧ ਉਹਦੀ ਕੁਆਲੀਫਿਕੇਸ਼ਨ ਲੁਧਿਆਣੇ ਦੇ ਇੱਕ ਗੁਰਦੁਆਰੇ ਦਾ ਪ੍ਰਧਾਨ ਬਣਨਾ ਸੀ। ਕਿਵੇਂ ਬਾਦਲਾਂ ਨੇ ਇਹੋ ਜਿਹਾ ਜਿਹੜਾ ਮਕਾਰ ਲੱਭਿਆ, ਕਿਵੇਂ ਉਹਨੂੰ ਚੁੱਕ ਕੇ ਕਿਸ ਕੁਰਸੀ ਤੇ ਬਿਠਾਇਆ ਔਰ ਕਿਵੇਂ ਇਹਦਾ ਦਿਮਾਗ ਖਰਾਬ ਹੋਇਆ ਕਿ ਅੱਜ ਉਹ ਜਿੱਥੇ ਗੁਰੂ ਪੰਥ ਨੂੰ ਲਲਕਾਰ ਰਿਹਾ। ਔਰ ਇਹ ਘਟਨਾਕ੍ਰਮ ਸ਼ੁਰੂ ਹੋਣ ਤੋਂ ਪਹਿਲਾਂ ਵੀ ਜਿਹੜਾ ਮੱਕੜ ਦਾ ਵਤੀਰਾ ਸੀ ਉਹ ਮਕਾਰੀ ਵਾਲਾ ਹੀ ਸੀ। ਜਦੋਂ ਕਿ ਉਹਨੇ ਕੋਈ ਵੀ ਮੁੱਦਾ, ਇਹ ਕਾਂਗਰਸ ਦੇ ਏਜੰਟ ਸੱਦ ਰਹੇ ਨੇ ਸਰਬੱਤ ਖਾਲਸਾ, ਜਾਂ ਉਹਨੇ ਕਿਹਾ ਜੀ ਇਹ 2.5 ਟੋਟਰੂ ਨੇ, ਜਾਂ ਇਹ ਕਹਿਣਾ ਜੀ ਇਹਨਾਂ ਨੂੰ ਕੌਣ ਪੁੱਛਦਾ ਹੈ। ਸੋ ਮੈਂ ਸਮਝਦਾ ਵੀ ਇਹ ਜਿਹੜੀ ਸ਼ਬਦਾਵਲੀ ਹੈ ਔਰ ਇੰਟਰਨੈਟ ਦੇ ਉੱਤੇ ਕੁਝ ਸਮਾਂ ਪਹਿਲਾਂ ਇਸ ਦੇ ਮੂੰਹੋਂ ਜਿਹੜੀਆਂ ਗੰਦੀਆਂ ਗਾਲਾਂ ਨੇ ਉਸ ਦਾ ਵੀ ਜਿਹੜਾ ਉਹ ਪ੍ਰੂਫ ਸਾਹਮਣੇ ਆਇਆ ਸੀ। ਸੋ ਇਸ ਕਿਸਮ ਦੇ ਲੋਕ ਜਿਹੜੇ ਕਿ ਇੰਡੀਵਿਜੂਅਲ ਸਿੱਖ ਦੀ ਹੋਂਦ, ਔਰ ਮੈਂ ਸਮਝਦਾ ਵੀ ਫਰਕ ਇਹੀ ਹੈ ਬਾਕੀ ਲੋਕਾਂ 'ਚ ਜਾਂ ਬਾਕੀ ਸਿਸਟਮ 'ਚ ਕਿ ਔਰ ਸਿੱਖਾਂ ਦੇ ਕਿ ਇਹ ਉਹ ਕੌਮ ਹੈ ਜਿਸ ਦੀ ਫੈਸਲੇ ਲੈਣ ਦੀ ਕੈਪੈਸਿਟੀ ਕੋਈ ਲੋਕਤੰਤਰੀ ਸਿਸਟਮ ਵਾਂਗ ਨਹੀਂ ਹੈ। ਜਿਵੇਂ ਮੈਂ ਅਕਸਰ ਕਹਿੰਦਾ ਕਿ ਲੋਕਤੰਤਰ ਦੇ ਵਿੱਚ ਤਾਂ 51 ਗਧੇ ਜਿਹੜੇ ਨੇ ਉਹ 49 ਸ਼ੇਰਾਂ ਤੋਂ ਜ਼ਿਆਦਾ ਸਿਆਣੇ ਹੁੰਦੇ ਨੇ ਔਰ 49 ਸ਼ੇਰਾਂ ਦੀ ਕਿਸਮਤ ਦਾ ਫੈਸਲਾ ਕਰਨ ਦਾ ਹੱਕ ਵੀ ਜਿਹੜਾ ਉਹ 51 ਗਧਿਆਂ ਦੇ ਕੋਲ ਹੁੰਦਾ ਹੈ। ਇਸ ਦੇ ਉਲਟ ਜਿਹੜਾ ਸਾਡਾ ਸਿਸਟਮ ਹੈ, ਜਿਹੜੇ ਸਰਬੱਤ ਖਾਲਸਾ ਦੀ ਗੱਲ ਹੈ ਜਾਂ ਗੁਰਮਤੇ ਦਾ ਸਿਸਟਮ ਹੈ, ਉਹਦੇ 'ਚ ਸਭ ਤੋਂ ਇੰਪੋਰਟੈਂਟ ਇੰਡੀਵਿਜੂਅਲ ਸਿੱਖ ਹੈ। ਜਿਵੇਂ ਜੇ ਅਸੀਂ ਬੇਸ਼ੱਕ ਅਮਰੀਕਾ 'ਚ ਸਿਸਟਮ 51-49 ਵਾਲਾ ਹੀ ਹੈ, ਪਰ ਇਹ ਅਮਰੀਕਾ ਦੀ ਹਮੇਸ਼ਾ ਬਿਊਟੀ ਰਿਹਾ ਕਿ ਜੇ ਕਿਸੇ ਇੱਕ 90 ਸਾਲ ਦੀ ਮਾਤਾ ਨੇ ਇੱਕ ਵਾਰ ਲਿਖਿਆ ਅਮਰੀਕਨ ਪ੍ਰੈਜ਼ੀਡੈਂਟ ਨੂੰ ਕਿ ਮੈਂ ਵੋਟ ਪਾਉਣੀ ਸੀ ਪ੍ਰੈਜ਼ੀਡੈਂਸ਼ੀਅਲ ਵੋਟਸ, ਪਰ ਉਦੋਂ ਲੋਕ ਜਿਹੜੇ ਨੇ ਜਾ ਕੇ ਪਾਉਂਦੇ ਸੀ, ਅਜੇ ਇਹ ਸਿਸਟਮ ਨਹੀਂ ਸੀ ਆਇਆ, ਪਰ ਇਹ ਤੁਸੀਂ ਇੱਥੇ ਬਣਾਇਆ ਨਹੀਂ ਸੀ ਬੂਥ, ਇਸ ਲਈ ਮੈਂ ਆਪਣੀ ਵੋਟ ਦਾ ਹੱਕ ਦਾ ਇਸਤੇਮਾਲ ਨਹੀਂ ਕਰ ਸਕੀ। ਜੋ ਉਹਦਾ ਸੁਨੇਹਾ ਭੇਜਿਆ ਉਹਨੂੰ ਪ੍ਰੋਪਰ ਹੱਕ ਦਿੱਤਾ ਗਿਆ ਵੋਟ ਦਾ, ਉਸ ਤੋਂ ਬਾਅਦ ਹੀ ਜਿਹੜਾ ਪ੍ਰੈਜ਼ੀਡੈਂਟ ਜਿੱਤਿਆ ਉਹਦਾ ਐਲਾਨ ਕੀਤਾ ਗਿਆ। ਇਸੇ ਤਰ੍ਹਾਂ ਅਸੀਂ ਪਿਛਲੇ ਦਿਨਾਂ ਜ਼ਿਕਰ ਕੀਤਾ ਸੀ ਕਿ ਕਿਵੇਂ ਇੱਕ ਬੱਚੇ ਨੇ 13-14 ਸਾਲ ਦੇ ਨੇ ਲਿੰਕਨ ਨੂੰ ਲਿਖਿਆ ਕਿ ਜੇ ਤੂੰ ਦਾੜੀ ਰੱਖ ਲੈ ਤੇ ਦਾੜੀ ਨਾਲ ਬਹੁਤ ਸੋਹਣਾ ਲੱਗੇ,
ਉਹਨੇ ਉਸ ਦੇ ਕਹਿਣ ਦੇ ਉੱਤੇ ਦਾੜੀ ਰੱਖੀ ਵੀ ਔਰ ਫਿਰ ਸਾਰੀ ਜ਼ਿੰਦਗੀ ਉਹ ਉਸੇ ਰੂਪ ਦੇ ਵਿੱਚ ਰਿਹਾ। ਸੋ ਮੈਂ ਸਮਝਦਾ ਹਾਂ ਵੀ ਇਸ ਸਿਸਟਮ ਨੇ ਵੀ ਇੱਕ ਇੰਡੀਵਿਜੂਅਲ ਵੀ ਇੰਪੋਰਟੈਂਟ ਹੈ ਸਿਸਟਮ, ਉਹਦੇ ਸਬੂਤ ਸੈੱਟ ਕੀਤੇ ਨੇ। ਸਾਡੀ ਤਾਂ ਹਿਸਟੋਰੀਕਲ ਪਰੰਪਰਾ ਹੈ ਕਿ ਜੇ ਭਾਈ ਸੁਬੇਗ ਸਿੰਘ ਨਵਾਬੀ ਦੀ ਖਿਲਤ ਲੈ ਕੇ ਆਏ, ਪੰਥ ਵਿਚਾਰ ਕਰ ਰਿਹਾ ਸੀ ਔਰ ਆਲਮੋਸਟ ਐਕਸੈਪਟੈਂਸ ਵੱਲ ਗੱਲ ਜਾ ਰਹੀ ਸੀ, ਤੇ ਇੱਕ ਸਿੱਖ ਨੇ ਖਲੋ ਕੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਦੀਵਾਨ 'ਚ ਕਿਹਾ ਸੀ ਕਿ ਤੁਸੀਂ ਅਰਦਾਸ ਤਾਂ ਕੀਤੀ ਹੋਈ ਹੈ ਮੁਗਲਿਆ ਰਾਜ ਦੀ ਜੜ ਪੁੱਟਣ ਦੀ, ਕਿਵੇਂ ਲੈਵੇਂ ਨਵਾਬੀ, ਤੁਸੀਂ ਇਹਨਾਂ ਦੀ ਦਿੱਤੀ ਨਵਾਬੀ ਕਿਵੇਂ ਲੈ ਰਹੇ ਹੋ? ਔਰ ਉਸ ਆਬਜੈਕਸ਼ਨ ਤੋਂ ਬਾਅਦ ਐਕਸੈਪਟੈਂਸ ਦੇ ਵੇਲੇ ਵੀ ਨਾਲ ਇਹ ਕੰਡੀਸ਼ਨ ਦਿੱਤੀ ਗਈ, ਆਪਣਾ ਦਾਵਾ ਨਹੀਂ ਛੱਡਿਆ ਗਿਆ। ਇਹ ਕਿਹਾ ਗਿਆ ਕਿ ਜੇ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤ ਕੋ ਜਾਂ ਅਗਲੋਂ ਪਾਵਾ, ਸੋ ਕਿ ਭਾਈ ਅਸੀਂ ਪਾਤਸ਼ਾਹੀ ਦਾ ਦਾਵਾ ਨਹੀਂ ਛੱਡਿਆ। ਮੈਂ ਤਾਂ ਇੰਡੀਵਿਜੂਅਲ ਸਿੱਖ ਦੀ ਗੱਲ ਕੀਤੀ ਹੈ। ਤੇ ਮੱਕੜ ਜਿਹੜਾ ਕਿ ਪੰਜਾਂ ਦੇ ਕਨਸੈਪਟ ਨੂੰ ਨਕਾਰ ਰਿਹਾ ਹੈ, ਉਹਨਾਂ ਪੰਜਾਂ ਦੇ ਕਨਸੈਪਟ ਨੂੰ ਜਦੋਂ ਅਸੀਂ ਇਤਿਹਾਸਕ ਹਵਾਲੇ ਨਾਲ ਦੇਖਦੇ ਹਾਂ, 10ਵੇਂ ਪਾਤਸ਼ਾਹ ਪੰਜਾਂ ਤੋਂ ਹੀ ਅੰਮ੍ਰਿਤ ਦੀ ਦਾਤ ਲੈਂਦੇ ਨੇ ਜੀ। ਚਮਕੌਰ ਸਾਹਿਬ ਦੀ ਗੜੀ 'ਚ ਕਿਵੇਂ ਜਿਹੜਾ ਉਹ ਉਹਨਾਂ ਦੇ ਉਸ ਬੇਨਤੀਨੁਮਾ ਹੁਕਮ ਦੇ ਸਾਹਮਣੇ ਜਿਹੜਾ ਉਹ ਉਸ ਗੜੀ ਨੂੰ ਛੱਡਦੇ ਨੇ। ਔਰ ਜੋਤੀ ਜੋਤ ਸਮਾਨ ਤੋਂ ਪਹਿਲਾਂ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਸਾਹਿਬ ਦੀ ਤਾਬਿਅਤ, 5 ਸਿੰਘ ਖੜੇ ਹੁੰਦੇ ਨੇ। ਸੋ ਮੈਂ ਸਮਝਦਾ ਵੀ ਇਹ ਇਹਨਾਂ ਦੇ ਪਾਪਾਂ ਦਾ ਭਰਿਆ ਘੜਾ ਜਿਹੜਾ ਡੁੱਬਣ ਵੱਲ ਜਾ ਰਿਹਾ ਹੈ। ਉਦੋਂ ਹੀ ਜਿਵੇਂ ਇਹਨਾਂ ਦੇ ਹੀ ਜਿਨ੍ਹਾਂ ਦੇ ਬਣੇ ਹੋਏ ਨੇ ਅੱਗੋਂ ਏਜੰਟ, ਉਹਨਾਂ ਦਾ ਹੀ ਮੈਂ ਅਕਸਰ ਉਹ ਸ਼ਲੋਕ ਦੁਹਰਾਉਂਦਾ ਹੁੰਦਾ ਹੈ ਕਿ ਵਿਨਾਸ਼ ਕਾਲੇ ਵਿਪਰੀਤ ਬੁੱਧੇ, ਕਿ ਜਦੋਂ ਬੰਦੇ ਦਾ ਵਿਨਾਸ਼ ਆਉਂਦਾ ਉਹਦੀ ਬੁੱਧੀ ਪੁੱਠੀ ਹੋ ਜਾਂਦੀ, ਉਸ ਦਾ ਸਭ ਕੁਝ ਚਲਾ ਜਾਂਦਾ। ਔਰ ਬਾਣੀ 'ਚ ਅਸੀਂ ਪੜ੍ਹਦੇ ਹਾਂ ਹਰ ਬਿਸਰਤ ਤੇਰੇ ਗੁਣ ਗਲਿਆ, ਕਿ ਜਦੋਂ ਰੱਬ ਭੁੱਲ ਜਾਂਦਾ ਤੇ ਫਿਰ ਜਿਹੜੇ ਜੇ ਕਿਸੇ 'ਚ ਗੁਣ ਵੀ ਰੱਬ ਨੇ ਦਿੱਤੇ ਹੁੰਦੇ ਨੇ ਉਹ ਵੀ ਗਲ ਜਾਂਦੇ ਨੇ। ਸੋ ਇਹ ਤਾਂ ਹੁਣ ਸੜਾਤ ਮਾਰਦਾ ਇਹਨਾਂ ਦਾ ਸਾਰਾ ਨੈਟਵਰਕ ਹੈ, ਸਾਰਾ ਸਿਸਟਮ ਹੈ। ਔਰ ਇਹ ਵੀ ਪਤਾ ਲੱਗਾ ਕਿਸੇ ਭਰੋਸੇਯੋਗ ਸੂਤਰ ਤੋਂ ਕਿ ਭਾਵੇਂ ਜਥੇਦਾਰ ਅਕਾਲ ਤਖਤ ਹੋਏ, ਮਕਾਰ ਹੋਏ ਔਰ ਹੋਰ ਹੋਣ, ਇਹ ਅਸਤੀਫਾ ਵੀ ਜੇ ਦੇਣਾ ਚਾਹਣ ਤੇ ਸੁਖਬੀਰ ਬਾਦਲ ਨੇ ਇਹਨਾਂ ਦੇ ਤਲਵਾਰ ਲਟਕਾਈ ਹੋਈ ਹੈ ਕਿ ਮੈਂ ਤੁਹਾਡੀਆਂ ਸਾਰੀਆਂ ਕਰਤੂਤਾਂ ਪਰਦਾਫਾਸ਼ ਕਰ ਦਿਆਂਗਾ, ਫਿਰ ਆਪਣੇ ਟੱਬਰਾਂ ਦੀ ਸੁਰੱਖਿਆ ਦੇਖ ਲਿਓ। ਸੋ ਹੁਣ ਇਹ ਨਹੀਂ ਪਤਾ ਹੈ ਵੀ ਇਹਦੇ 'ਚ ਇਹ ਡਰ ਦੇ ਥੱਲੇ ਹੀ ਹੁਣ ਉਸ ਦੇ ਵੱਡੇ ਵਕੀਲ ਬਣੇ ਹੋਏ ਨੇ ਇਸ ਬਾਦਲ ਰਜੀਮ ਦੇ, ਜਾਂ ਸੱਚਮੁੱਚ ਹੀ ਇਹ ਇਸ ਪੱਧਰ ਤੱਕ ਗਿਰ ਚੁੱਕੇ ਨੇ। ਗਿਰੇ ਤਾਂ ਪਹਿਲੇ ਦਿਨ ਤੋਂ ਹੀ ਸੀ, ਇਹਨਾਂ ਦੇ ਤਾਂ ਚੁਣੇ ਜਾਣ ਦਾ ਹੀ ਇਹ ਹੁੰਦਾ। ਔਰ ਅੱਗੇ ਵੀ ਕਿਸੇ ਨੇ ਦੱਸੀ ਸੀ ਗੱਲ ਇਹ ਕਿ ਇੱਕ ਜਥੇਦਾਰ ਸ਼ਾਇਦ ਇਹੀ ਸੀ, ਇਸ ਨੂੰ ਹਟਾਉਣ ਦੇ ਲਈ ਜਦੋਂ ਸ਼੍ਰੋਮਣੀ ਕਮੇਟੀ ਦਾ ਇੱਕ ਐਗਜ਼ੈਕਟਿਵ ਮੈਂਬਰ ਉਸ ਨੇ ਕਿਸੇ ਇਹਨਾਂ ਦੇ ਜ਼ਿੰਮੇਵਾਰ ਬੰਦੇ ਨੂੰ ਕਿਹਾ ਕਿ ਜੀ ਇਹਨੂੰ ਹਟਾਓ, ਇਹ ਕੀ ਕਰਦਾ, ਆਹ ਕਰਤੂਤਾਂ ਸਾਹਮਣੇ ਆਈਆਂ, ਤਾਂ ਉਹਨੇ ਕਿਹਾ ਸੀ ਕਿ ਜਦੋਂ ਇਹਦੇ ਤੋਂ ਮਾੜਾ ਬੰਦਾ ਮਿਲ ਗਿਆ ਇਹਨੂੰ ਹਟਾ ਦਿਆਂਗੇ। ਸੋ ਜਿੱਥੇ ਕ੍ਰਾਈਟੇਰੀਆ ਇਹ ਹੋਏ, ਸੋ ਅਸੀਂ ਸਮਝਦੇ ਹਾਂ ਵੀ ਦੁਆਬਾ ਸਿੱਖ ਐਸੋਸੀਏਸ਼ਨ ਨੇ ਜਿਹੜੀ ਕੀਰਤਨੀਏ ਕਥਾਵਾਚਕਾਂ ਪ੍ਰਚਾਰਕਾਂ ਨੂੰ ਇਹ ਬੇਨਤੀ ਕੀਤੀ ਹੈ, ਅਸੀਂ ਇਹਨੂੰ ਵੀ ਐਂਡੋਰਸ ਕਰਦੇ ਹਾਂ। ਜਿਵੇਂ ਵੀਰ ਰੁਪਿੰਦਰ ਰਮਨਦੀਪ ਸਿੰਘ ਨੇ ਅਸਤੀਫਾ ਇਹਦੇ ਮੂੰਹ ਤੇ ਮਾਰਿਆ, ਜੇ ਸਾਰੇ ਇਹਦੇ ਮੂੰਹ ਤੇ ਅਸਤੀਫਾ ਵੀ ਮਾਰ ਦੇਣ ਤੇ ਢੱਡ ਸਰੰਗੀਆਂ ਜਿਹੜੀਆਂ ਨੇ ਉਹ ਵੀ ਮਾਰ ਦੇਣ ਤੇ ਫਿਰ ਸ਼ਾਇਦ ਖਬਰ ਦਾ ਹੈਡਲਾਈਨ ਕੋਈ ਹੋਰ ਬਣ ਜਾਏ। ਸੋ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਬਿਲਕੁਲ ਅਗੇਨ ਜਿਵੇਂ ਪਹਿਲਾਂ ਇਹ ਲਿਖਦੇ ਨੇ ਬਿਲਕੁਲ ਠੀਕ ਹਦਾਇਤ ਦਿੱਤੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ